एक केस होया उन्होंने खिलाफ, 2 केस होए, तीजा केस हुआ, फिर होंदे रहे तो एक केस से 5 लाख रुपए पेनल्टी लगी है उन्होंने एक कैरी बैग ਦੇ ਲਈ। ਤੁਸੀਂ ਵੱਡੇ ਬ੍ਰਾਂਡ ਦੇ ਵਿੱਚ ਜਾਂਦੇ ਹੋ, ਕਹਿੰਦੇ ਹੋ ਕਿ ਸਾਨੂੰ ਕਾਫੀ ਦੇ ਦਿਓ, ਉਹ ਤਾਂ ਹੁਣ ਵੀ ਨੰਬਰ ਮੰਗਦੇ ਨੇ। ਕੰਜ਼ਿਊਮਰ ਕੋਰਟ ਜਿਹੜਾ ਆਰਡਰ ਕਰਦਾ ਉਹ ਮੇਰੇ ਤੇ ਕਾਫੀ ਪੀਣ ਦੇ ਵਿੱਚ ਲਾਗੂ ਹੋਇਆ। ਹੁਣ ਕਾਫੀ ਪੀਣ ਵਾਲੀ ਦੁਕਾਨ ਨਹੀਂ ਲੈ ਸਕਦੀ ਕੋਈ ਸੌਫਟਵੇਅਰ ਇਹੋ ਜਿਹਾ ਬੰਦਾ ਕਿ ਇਹ ਚੀਜ਼ ਡਾਲੋਗੇ ਤਦ ਹੀ ਨਿਕਲੂਗਾ, ਉਹ ਹੋ ਹੀ ਨਹੀਂ ਸਕਦਾ। ਜੱਜ ਸਾਹਿਬ ਨੇ ਪਹਿਲਾ ਦਿਨ ਹੀ, ਕਿਉਂਕਿ ਨੋਟੀਫਿਕੇਸ਼ਨ ਹੈ ਗਵਰਨਮੈਂਟ ਦੀ, ਪਹਿਲਾ ਦਿਨ ਹੀ ਉਹਨਾਂ ਨੂੰ ਸਟਾਪ ਕਰਤਾ ਕਿ ਤੁਸੀਂ ਅੱਗੇ ਤੋਂ ਮੋਬਾਈਲ ਨੰਬਰ ਨਹੀਂ ਲਓਗੇ। ਉਹਨਾਂ ਨੇ 600 ਪੇਜ ਦੀ ਲਿਸਟ ਦਿੱਤੀ ਹੈ ਕੋਰਟ ਨੂੰ, ਇੱਕ ਪੇਜ ਤੇ 18 ਨੰਬਰ। तो सोच लो 2 महीने च कितने नंबर डाटा कितना आ गया उन्होंने कोल। वो पैसे कमा रहे हैं बिना ਤੁਹਾਨੂੰ ਦੱਸੇ, ਤੁਹਾਨੂੰ ਪਤਾ ਹੀ ਨਹੀਂ। ਤੁਸੀਂ 250 रुपए ਦੀ ਕਾਫੀ ਲਿੱਤੀ, ਉਹਨਾਂ ਨੇ ਡਾਟਾ ਪਤਾ ਨਹੀਂ ਕਿੰਨੇ ਹਜ਼ਾਰਾਂ ਦਾ ਵੇਚਤਾ। 50% ਦਾ ਡਿਸਕਾਊਂਟ ਦੇ ਦਿੰਦੇ ਹੈ, ਪੈਂਟ 1100 ਦੀ ਹੈ ਉਹ 500 ਚ ਦੇ ਦੂਗੇ ਉਹ, ਲੇਕਿਨ 15 रुपए ਇਹਨਾਂ ਨੂੰ ਪਿੰਚ ਕਰਦੇ ਨੇ। ਉਹਨਾਂ ਨੇ ਖਰੀਦਾ ਸੀ ਜੁਲਾਈ ਚ, तो ਉੱਥੇ ਜਾ ਕੇ ਪਤਾ ਲੱਗਿਆ ਜੀ ਇਹ ਫੋਨ ਤਾਂ 2 ਮਾਰਚ ਨੂੰ ਖੁੱਲਿਆ ਹੋਇਆ ਆਲਰੇਡੀ। 99 ਰੁਪਏ ਹੈਂਡਲਿੰਗ ਫੀ ਪਹਿਲਾਂ ਹੀ ਲੈ ਲੈ ਮੇਨ ਇਨਵੌਇਸ ਚ। ਅੱਛਾ, ਉਹਦੇ ਬਾਅਦ ਅਲੱਗ ਤੋਂ ਇਨਵੌਇਸ 49 ਰੁਪਏ ਦੀ ਸੇਮ ਹੈਂਡਲਿੰਗ ਸੀ। ਅਰੇ ਸਤਿ ਸ਼੍ਰੀ ਅਕਾਲ, ਮਾਈ ਪੰਜਾਬੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਜੈ ਵਰਮਾ। ਆਪਾਂ ਕਿਤੇ ਵੀ ਸ਼ੋਪਿੰਗ ਕਰਨ ਜਾਂਦੇ ਆ ਤੇ ਸ਼ੋਪਿੰਗ ਕਰਨ ਤੋਂ ਬਾਅਦ ਜਦੋਂ ਬਿੱਲ ਕੱਟ ਕੇ ਤੁਹਾਨੂੰ ਫੜਾਇਆ ਜਾਂਦਾ, ਉਸ ਤੋਂ ਬਾਅਦ ਜਦੋਂ ਤੁਹਾਡਾ ਸਮਾਨ ਕਾਊਂਟਰ ਤੇ ਪਿਆ ਹੁੰਦਾ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਤੁਸੀਂ ਸਰ ਕੈਰੀ ਬੈਗ ਲੈ ਲਓ ਤੇ ਇਹਦੇ ਐਕਸਟਰਾ ਚਾਰਜ ਤੁਹਾਨੂੰ ਕਰਨੇ ਪੈਣਗੇ। ਤੇ ਨਾਲ ਹੀ ਨਾਲ ਜਦੋਂ ਅਸੀਂ ਕਿਤੇ ਕੌਫੀ ਪੀਣ ਜਾਂਦੇ ਆ, ਪੀਜ਼ਾ ਖਾਣ ਜਾਂਦੇ ਆ ਜਾਂ ਹੋਰ ਵੀ ਚੀਜ਼ ਅਸੀਂ ਖਾਣ ਪੀਣ ਜਾਂਦੇ ਆ ਤਾਂ ਤੁਹਾਨੂੰ ਕਿਹਾ ਜਾਂਦਾ ਕਿ ਸਰ ਤੁਸੀਂ फ़ोन ਨੰਬਰ ਦੇ ਦਿਓ, फ़ोन ਨੰਬਰ ਦੇ ਬਿਨਾ ਬਿੱਲ ਨਹੀਂ ਕੱਟਿਆ ਜਾਵੇਗਾ। ਜਾਂ ਫਿਰ ਅਸੀਂ ਕਦੇ ਵੀ ਆਨਲਾਈਨ ਸ਼ੋਪਿੰਗ ਕਰਦੇ ਆ ਤਾਂ ਆਨਲਾਈਨ ਸ਼ੋਪਿੰਗ ਦੇ ਨਾਲ ਨਾਲ ਜਿਹੜੇ ਪੈਸੇ ਕੱਟੇ ਜਾਂਦੇ ਨੇ, ਮੁੜ ਤੋਂ ਜਦੋਂ ਆਰਡਰ ਤੁਹਾਡੇ ਕੋਲ ਆ ਜਾਂਦਾ ਉਸ ਤੋਂ ਬਾਅਦ ਮੁੜ ਤੋਂ ਤੁਹਾਡੇ ਤੋਂ ਪੈਸੇ ਲਿੱਤੇ ਜਾਂਦੇ ਨੇ, ਕੀ ਉਹ ਵਾਜਬ ਨੇ? ਕੀ ਤੁਹਾਡੇ ਦੇਣੇ ਬਣਦੇ ਆ ਕਿ ਨਹੀਂ ਬਣਦੇ? ਇਹ ਸਰਕਾਰ ਨਾਲ ਵੀ ਚੋਰੀ ਹੈ, ਸਾਡੇ ਨਾਲ ਵੀ। ਮੇਰਾ ਰਾਈਟ ਹੈ ਫਿਜ਼ੀਕਲ ਬਿੱਲ ਲੈਣ ਦਾ। ਸਭ ਤੋਂ ਪਹਿਲਾਂ 1 ਬਾय 1 ਮੈਂ ਸਾਰੇ ਸਵਾਲ ਕਰੂੰਗਾ। ਹਾਂਜੀ ਹਾਂਜੀ ਜ਼ਰੂਰ। ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰੂੰਗਾ ਕੌਫੀ ਪੀਣ ਦੇ ਨਾਲ। ਕੌਫੀ ਪੀਣ ਗਏ, ਯੰਗਸਟਰ ਜਾਂਦੇ ਆ, ਸਾਰੇ ਕੌਫੀ ਦੇ ਸ਼ੌਕੀਨ, ਚਾਹ ਦੇ ਸ਼ੌਕੀਨ, ਕਿਤੇ ਨਾ ਕਿਤੇ ਕੌਫੀ ਜਾਂ ਚਾਹ ਪੀਂਦੇ ਹੀ ਹੈ, ਸਵੇਰੇ ਸ਼ਾਮ ਪੀਂਦੇ ਆ। ਡੇਟਿੰਗ ਪਲੇਸ ਵੀ ਬਣ ਗਈ, ਡੇਟਿੰਗ ਪਲੇਸ ਵੀ ਬਣ ਚੁੱਕੀ ਹੈ। ਕਿ ਕਾਊਂਟਰ ਤੇ ਜਦੋਂ ਬੰਦਾ ਕੁਝ ਵੀ ਆਰਡਰ ਕਰਨ ਜਾਂਦਾ ਹੈ ਉਸ ਤੋਂ ਨੰਬਰ ਮੰਗਿਆ ਜਾਂਦਾ ਹੈ ਕਿ ਸਰ ਆਪਣਾ ਨੰਬਰ ਦਿਓ ਤਾਂ ਹੀ ਤੁਹਾਨੂੰ ਮਿਲੂਗਾ। ਨੰਬਰ ਦੇਣਾ ਵਾਜਬ ਹੈ? ਬਿਲਕੁਲ ਨਹੀਂ। ਇਹ ਪਹਿਲੇ ਤਾਂ ਇਹ ਗੱਲ ਹੈ ਕਿ ਭਾਈ ਆਮ ਆਦਮੀ ਇਹ ਸੋਚਦਾ ਕਿ ਮੋਬਾਈਲ ਨੰਬਰ ਮੰਗ ਲਿਆ ਕੋਈ ਗੱਲ ਨਹੀਂ ਦੇ ਦਿੰਦੇ ਆ। ਤੁਸੀਂ ਕੋਰਟ ਜਾਣ ਦੀ ਆਦਤ ਪਾ ਲਓ ਕਿਉਂਕਿ ਤੁਸੀਂ ਲੁੱਟੇ ਜਾਣੇ ਹੋ ਹਮੇਸ਼ਾ ਹੀ, ਤੇ ਉਹ ਮੰਗ ਵੀ ਨਹੀਂ ਸਕਦੇ ਕਿਉਂਕਿ ਇੱਕ ਗਵਰਨਮੈਂਟ ਆਫ ਇੰਡੀਆ ਦੀ ਨੋਟੀਫਿਕੇਸ਼ਨ 23 ਮਈ 2023 ਦੀ ਇਸ਼ੂਡ है, सभी रिटेलर्स ਨੂੰ भेजी हुई है, कस्टमर ਨੂੰ नहीं। इसलिए और मैंने बता दिया है कि कंज्यूमर कोर्ट बनी आपके लिए है, नहीं तो नॉर्मल सिविल कोर्ट में जाना दिक्कत है, मैं मानता हूँ, लेकिन कंज्यूमर कोर्ट बनी है। मैं यहाँ अठन्नी के लिए भी केस किया है, आपको बताऊँ। देखिए नहीं इंप्लीमेंट हो रहा ऑर्डर, तो फिर मैं कॉफ़ी पीन ते गया एक बार कॉफ़ी लैन, ਉੱਥੇ ਉਹਨਾਂ ਨੇ ਮੋਬਾਈਲ ਨੰਬਰ ਮੰਗ ਲਿਆ। ਮੈਂ ਕਿਹਾ ਜੀ ਕਿਉਂ ਚਾਹੀਦਾ ਤੁਹਾਨੂੰ ਮੋਬਾਈਲ ਨੰਬਰ? ਕਹਿੰਦਾ ਸਰ ਸੌਫਟਵੇਅਰ ਇਹੋ ਜਿਹਾ ਬਣਿਆ ਹੋਇਆ ਹੈ ਕਿ ਬਿੱਲ ਨਿਕਲਣਾ ਨਹੀਂ ਜੀ ਵਿਦਆਊਟ ਮੋਬਾਈਲ ਨੰਬਰ ਮੈਂਸ਼ਨ ਕਰੇ। ਮੈਂ ਕਿਹਾ ਚੱਲ ਲੈ ਲੈ, ਮੈਨੂੰ ਤਾਂ ਪਤਾ ਸੀ, ਮੈਂ ਕਿਹਾ ਅਗਲੇ ਦਿਨ ਆ ਕੇ ਕੇਸ ਫਾਈਲ ਕਰ ਦੇਣਾ। तो फिर यही किया, मैं मोबाइल नंबर बिल ते छपता तो मैं केस करता। जज साहब ने पहला दिन ही, क्योंकि नोटिफिकेशन है गवर्नमेंट की, पहला दिन ही उन्होंने स्टॉप करता कि तुसी अगे तो मोबाइल नंबर नहीं लाओगे। वो लेकिन फिर भी नहीं मन्ने, फिर भी लेंदे गए। उन्होंने 600 पेज की लिस्ट दी है कोर्ट नू, एक पेज ते 18 नंबर। तो सोच लो 2 महीने च कितने नंबर डाटा कितना आ गया उन्होंने कोल। हुण ये डाटा का की करते हैं ये समझो। डाटा एक तो बेचा जाता है, 250-300 रुपए की जो कॉफ़ी ले रहा बंदा वो चंगे स्टैंडर्ड का हैगा ते पैसे खर्च सकता है, ਉਹਦੇ ਬੈਂਕ 'ਚ ਜ਼ਿਆਦਾ ਪੈਸੇ ਹੋਣਗੇ ਇਹ ਅਨੁਮਾਨ ਲੱਗਦਾ। ਤੇ ਇਹ ਵੇਚਿਆ ਜਾਂਦਾ ਹੌਲੀਡੇ ਕੰਪਨੀਜ਼ ਨੂੰ, ਜਿਹੜਾ ਤੁਹਾਨੂੰ ਫੋਨ ਕਰਦੇ ਆ ਸਰ ਮੈਂਬਰਸ਼ਿਪ ਲੈ ਲਓ, ਸਾਡੇ 2 ਘੰਟੇ ਲੱਗਣੇ ਆ, ਆ ਜਾਓ ਤੁਹਾਨੂੰ ਮਿਲਣ। ਦੂਜਾ ਆਨਲਾਈਨ ਫਰਾਡ ਕਿੱਦਾਂ ਹੁੰਦੇ? ਮੋਬਾਈਲ ਨੰਬਰ ਦੇ ਥਰੂ ਹੀ ਹੁੰਦੇ। ਅੱਜ ਕੱਲ ਬੈਂਕ ਅਕਾਊਂਟ ਲਿੰਕਡ ਹੈਗਾ ਮੋਬਾਈਲ ਨੰਬਰ ਨਾਲ, ਉਹ ਵੀ ਚਲਾ ਗਿਆ ਉਹਨਾਂ ਦੇ ਕੋਲ। ਡਾਟਾ ਸੇਲ ਵੀ ਕੀਤਾ ਜਾਂਦਾ। ਬਿਲਕੁਲ ਡਾਟਾ ਸੇਲ ਹੀ ਤਾਂ ਹੈ, ਹੌਲੀਡੇ ਕੰਪਨੀ ਨੂੰ ਵੇਚਿਆ ਜਾਂਦਾ, ਉਸ ਤੋਂ ਵੀ ਕਮਾਇਆ ਜਾਂਦਾ। ਹੁਣ ਦੇਖੋ ਤੁਹਾਡੇ ਲਈ, ਤੁਹਾਡੇ ਤੋਂ ਉਹ ਪੈਸੇ ਕਮਾ ਰਹੇ ਨੇ ਬਿਨਾਂ ਤੁਹਾਨੂੰ ਦੱਸੇ, ਤੁਹਾਨੂੰ ਪਤਾ ਹੀ ਨਹੀਂ। ਤੁਸੀਂ 250 ਰੁਪਏ ਦੀ ਕਾਫੀ ਲਿੱਤੀ, ਉਹਨਾਂ ਨੇ ਡਾਟਾ ਪਤਾ ਨਹੀਂ ਕਿੰਨੇ ਹਜ਼ਾਰਾਂ ਦਾ ਵੇਚਤਾ। ਜਿਹੜਾ ਬੰਦਾ 250, 300, 500 ਰੁਪਏ ਤੱਕ ਕਾਫੀ ਦੇ ਵਿੱਚ ਖਰਚ ਕਰ ਰਿਹਾ ਤਾਂ ਅੰਦਾਜ਼ਾ ਹੋ ਸਕਦਾ ਕਿ ਚੰਗੇ ਪਰਿਵਾਰ ਤੋਂ, ਚੰਗਾ ਕੰਮਕਾਰ, ਚੰਗਾ ਵਪਾਰ ਹੈ। ਉਸ ਤੋਂ ਬਾਅਦ ਤੁਹਾਡਾ ਨੰਬਰ ਲੈ ਕੇ, ਤੁਹਾਡੇ ਵਰਗਿਆਂ ਦਾ ਨੰਬਰ ਹਜ਼ਾਰਾਂ ਦਾ ਲੈ ਕੇ ਅੱਗੇ। ਮੇਰਾ ਐਕਸਪੀਰੀਅੰਸ ਹੈ,
ਮੈਂ ਜਿੱਦਾਂ ਹੀ ਨੰਬਰ ਦੇ ਕੇ ਲਿਖ ਲਿਆ, ਪਹਿਲੀ ਗੱਲ ਤਾਂ ਉਹੀ ਸ਼ਾਪ ਐਡਵਰਟਾਈਜ਼ਿੰਗ ਸ਼ੁਰੂ ਕਰ ਦਿੰਦੀ ਹੈ। ਹੁਣ ਫ੍ਰੀ ਦੀ ਐਡਵਰਟਾਈਜ਼ਿੰਗ ਹੋ ਗਈ, ਉਹਨਾਂ ਦੇ ਕੋਲ ਨੰਬਰ ਆ ਗਿਆ, ਡਿਜੀਟਲ ਸ਼ਾਪਿੰਗ, ਇਹ ਮੈਸੇਜ ਉਹ ਮੈਸੇਜ, ਇੱਕ ਤਾਂ ਉਹ ਫਾਇਦਾ ਉਠਾਉਂਦੇ ਨੇ। ਦੂਜਾ ਜਿਹੜਾ ਆਨਲਾਈਨ ਫਰਾਡ ਹੈ, ਮੈਨੂੰ ਉਹਦੇ ਇੱਕ ਦਿਨ ਬਾਅਦ ਹੀ ਇੱਕ ਅਜੀਬ ਮੈਸੇਜ ਆਉਣ ਲੱਗੇ, ਲਾਈਕ ਕਰੋ ਜੀ, ਇਹ ਤੁਹਾਨੂੰ 25 ਰੁਪਏ ਮਿਲੂਗੇ, ਤੁਹਾਨੂੰ 50 ਰੁਪਏ ਮਿਲੂਗੇ ਲਾਈਕ ਕਰਨ ਦੇ ਗੂਗਲ ਤੇ। ਕਿਉਂ ਆ ਰਹੇ ਜੀ? ਮੈਨੂੰ ਉਹਦੇ ਬਾਅਦ ਹੀ ਕਿਉਂ ਆਏ? ਕਿਉਂਕਿ ਡਾਟਾ ਲਿੰਕਡ ਹੈ ਉਹਨਾਂ ਦੇ ਨਾਲ। ਤਾਂ ਇਹ ਪ੍ਰੈਕਟੀਕਲ ਐਕਸਪੀਰੀਅੰਸ ਹੈਗਾ, ਤੇ ਕੋਰਟ ਨੇ ਵੀ ਆਪਣੀ ਜਜਮੈਂਟ 'ਚ ਇਹ ਲਿਖਿਆ ਹੈ। ਤੁਸੀਂ ਕੋਰਟ 'ਚ ਗਏ, ਫਿਰ ਕੋਰਟ ਨੇ ਕੀ ਅੱਗੇ ਲਿਖਿਆ? ਕੀ ਜੁਰਮਾਨਾ ਵੀ ਹੋਇਆ ਉਹਨਾਂ ਨੂੰ? ਹਾਂ, ਕੋਰਟ ਨੇ ਇਹਨਾਂ ਨੂੰ ਨੋਟਿਸ ਕੀਤਾ, ਇਹਨਾਂ ਨੇ ਆ ਕੇ ਕਿਹਾ ਜੀ ਅਸੀਂ ਤਾਂ ਕਸਟਮਰ ਦੇ ਫਾਇਦੇ ਲਈ ਲੈਂਦੇ ਨੰਬਰ, ਉਹਨਾਂ ਨੂੰ ਆਫਰ ਲੈਂਦੇ। ਹੁਣ ਕੀ ਕਹਾਣੀ ਹੈ? ਤੁਹਾਨੂੰ ਮੈਸੇਜ ਆਏਗਾ ਤੁਹਾਡੇ 11.75 ਲਾਇਲਟੀ ਪੁਆਇੰਟ ਹੋ ਗਏ ਜੀ, 250 ਰੁਪਏ ਤੁਸੀਂ ਖਰਚ ਕੀਤੇ, 11.75 ਤੁਹਾਡੇ ਲਾਇਲਟੀ ਪੁਆਇੰਟ। ਇਹੀ ਆਰਗੂਮੈਂਟ ਉਹਨਾਂ ਨੇ ਲਿੱਤੀ ਕਿ ਭਾਈ ਇਹ ਡਿਸਕਾਊਂਟ ਮਿਲੇਗਾ ਉਹਨਾਂ ਨੂੰ ਅੱਗੇ ਜਾ ਕੇ। ਠੀਕ ਹੈ, ਹੁਣ ਇਹਦੀ ਕਹਾਣੀ ਸੁਣ ਲਓ, ਜਿਹੜਾ ਪੁਆਇੰਟ ਦਿੰਦੇ ਨੇ 11.75 ਚਲੋ ਦੇ ਦਿੱਤਾ, ਉਹਦੇ ਨੀਚੇ ਲਿਖਿਆ ਹੁੰਦਾ ਹੈ ਟਰਮਸ ਐਂਡ ਕੰਡੀਸ਼ਨ ਅਪਲਾਈ। ਉਹ ਇਹ ਪੁਆਇੰਟ 11.75 ਜੋ ਅੱਜ ਦਿੱਤੇ हैं, ਤੁਹਾਡੇ ਪੁਆਇੰਟ 2 महीने से एक्सपायर हो जाने। और उनको डिस्काउंट लेने का क्या कंडीशन है कि जब ये 200 पॉइंट इकट्ठे होंगे ना जी, तब मिलेंगे। अब 200 पॉइंट इकट्ठे कैसे होंगे? 2 महीने में तो एक्सपायर हो जाने, तो 11 आंदे रहे, 11 निकलते हैं। 2-250 ਦੀ ਕਾਫੀ ਪੀਣ ਦੇ ਲਈ ਤੁਹਾਨੂੰ 3000-3500 ਰੁਪਏ ਲਾਣਾ ਪੈਣਾ, ਤਾਂ ਕਰਕੇ ਫਿਰ ਵੀ ਨਹੀਂ ਮਿਲਣਾ ਨਾ ਸਰ। 11 ਪੁਆਇੰਟ ਜਿਹੜੇ ਮੈਨੂੰ ਅੱਜ ਮਿਲੇ ਉਹ 2 ਮਹੀਨੇ ਬਾਅਦ ਐਕਸਪਾਇਰ। ਜਦ ਤੱਕ ਮੇਰੇ 200 ਇਕੱਠੇ ਹੋਣੇ, ਫਿਰ 11 ਪੁਆਇੰਟ ਨਿਕਲ ਜਾਣੇ ਨਾ ਐਕਸਪਾਇਰਡ, तो मेरे 200 तो घट ही पॉइंट रह जाने। ਇੱਕ ਤਰਫ ਉਹ ਕੰਪਨੀ ਐਡਵਰਟਾਈਜ਼ਮੈਂਟ ਵੀ ਕਰ ਰਹੀ ਹੈ, ਦੂਜੀ ਤਰਫ ਤੁਹਾਡੇ ਨਾਲ ਫਰਾਡ ਵੀ ਹੋ ਰਿਹਾ ਹੈ, ਫਾਇਦਾ ਵੀ ਨਹੀਂ ਦੇ ਰਹੀ ਔਰ ਫਰਾਡ ਵੀ ਹੋ ਰਿਹਾ ਹੈ। ਕੋਰਟ ਨੇ ਕਮੈਂਟ ਕੀਤਾ ਪੂਰੇ ਆਰਡਰ 'ਚ ਕਿ ਇਹ ਸਭ ਆਈ ਵਾਸ਼ ਹੈਗਾ, ਦਿਖਾਉਂਦੇ ਨੇ ਕਿ ਭਾਈ ਤੁਹਾਡੇ ਬੈਨੀਫਿਟ ਲੈ ਰਹੇ ਹੈ। तो कोर्ट ने फिर, क्योंकि गवर्नमेंट ऑफ इंडिया की मिनिस्ट्री की नोटिफिकेशन भी हैगी, प्लस कोर्ट ने भी गलत मानिया कि दिस इज अनफेयर ट्रेड प्रैक्टिस, अनफेयर कॉन्ट्रैक्ट और डार्क पैटर्न्स कहते हैं इन्होंने। ਤੁਹਾਨੂੰ ਹੁਣ ਪੁਆਇੰਟ ਦੇ ਕੇ ਕੀ ਕੋਸ਼ਿਸ਼ ਕਰ ਰਹੇ ਨੇ? ਤੁਹਾਨੂੰ ਤੁਸੀਂ 10 ਦੁਕਾਨਾਂ ਹੈਗੀ ਕਾਫੀ ਦੀ, ਮੈਂ ਅਗਲੀ ਵਾਰ ਕਿਸੇ ਹੋਰ ਤੇ ਜਾ ਸਕਦਾ, ਲੇਕਿਨ ਜਦ ਤੁਸੀਂ ਦੇਖਦੇ ਹੋ ਅਰੇ ਪੁਆਇੰਟ ਹੈਗੇ, ਤੁਸੀਂ ਸੋਚਦੇ ਹੋ ਉੱਥੇ ਹੀ ਚਲੇ ਜਾਂਦੇ ਨੇ। ਤਾਂ ਇਹਨੂੰ ਕਹਿੰਦੇ ਫੋਰਸਡ ਸੈਲਿੰਗ। ਤੁਸੀਂ ਜਾਣਾ ਨਹੀਂ ਚਾਹੁੰਦੇ ਸੀ ਉੱਥੇ, ਲੇਕਿਨ ਜਾਂਦੇ ਹੋ ਕਿਉਂਕਿ ਮੈਸੇਜ ਆਇਆ ਜੀ 11 ਪੁਆਇੰਟ ਹੈਗੇ। ਕੋਰਟ ਇਹਦੇ ਵੀ ਖਿਲਾਫ ਹੈ। ਹਾਂ ਬਿਲਕੁਲ, ਫੋਰਸਡ ਸੈਲਿੰਗ ਨੂੰ ਡਾਰਕ ਪੈਟਰਨ ਕਹਿੰਦੇ ਨੇ। ਅੱਛਾ, ਇਹ ਵੀ ਨੋਟੀਫਿਕੇਸ਼ਨ ਗਵਰਨਮੈਂਟ ਆਫ ਇੰਡੀਆ ਨੇ ਇਸ਼ੂ ਕੀਤੀ ਹੋਈ ਡਾਰਕ ਪੈਟਰਨਸ ਕੀ, ਕਿ ਵੀ ਇਨਡਾਇਰੈਕਟਲੀ ਤੁਸੀਂ ਕਸਟਮਰ ਨੂੰ ਇੰਡਿਊਸ ਕਰ ਰਹੇ ਹੋ ਕਿ ਆਓ ਜੀ ਸਾਡੇ ਕੋਲ। ਤੁਸੀਂ ਵੱਡੇ ਬ੍ਰਾਂਡ ਦੇ ਵਿੱਚ ਜਾਂਦੇ ਹੋ, ਕਹਿੰਦੇ ਹੋ ਕਿ ਸਾਨੂੰ ਕਾਫੀ ਦੇ ਦਿਓ, ਉਹ ਤਾਂ ਹੁਣ ਵੀ ਨੰਬਰ ਮੰਗਦੇ ਨੇ। ਚੱਕਰ ਮੈਂ ਇਹ ਦੱਸਦਾ, ਕੰਜ਼ਿਊਮਰ ਕੋਰਟ ਦੀ ਕੀ ਪ੍ਰੋਬਲਮ ਹੈ। ਕੰਜ਼ਿਊਮਰ ਕੋਰਟ ਹਾਈ ਕੋਰਟ ਵਰਗੀ ਨਹੀਂ ਹੈ ਕਿ ਬਈ ਜਿਹੜਾ ਆਰਡਰ ਕੀਤਾ ਉਹ ਸਭ ਨੂੰ ਲਾਗੂ ਹੋਏ, ਇਹ ਨਹੀਂ ਹੈਗਾ। ਕੰਜ਼ਿਊਮਰ ਕੋਰਟ ਜਿਹੜਾ ਆਰਡਰ ਕਰਦਾ ਹੈ ਉਹ ਮੇਰੇ ਤੇ ਕਾਫੀ ਪੀਣ ਦੇ ਵਿੱਚ ਲਾਗੂ ਹੋਇਆ। ਹੁਣ ਕਾਫੀ ਪੀਣ ਵਾਲੀ ਦੁਕਾਨ ਨਹੀਂ ਲੈ ਸਕਦੀ ਅਗਰ ਕੋਈ ਹੋਰ ਬੰਦਾ, ਫਿਰ ਕੰਜ਼ਿਊਮਰ ਕੋਰਟ ਦੇ ਵਿੱਚ ਜਾਂਦਾ। ਬਿਲਕੁਲ ਇਹ ਚੱਕਰ ਹੈਗਾ, ਫਿਰ ਸੰਗਿਆਨ ਮੁੜ ਤੋਂ ਲਿੱਤਾ ਜਾਊਗਾ। ਹਾਂਜੀ, ਪਰ ਲੇਕਿਨ ਕਿਉਂਕਿ ਇੱਕ ਐਗਜ਼ਾਮਪਲ ਸੈੱਟ ਹੋ ਗਿਆ ਤਾਂ ਇਹੀ ਆਰਡਰ ਹੋਣਾ ਹੈ। ਅਗਰ ਜਿਹੜਾ ਕੰਪਨੀ ਵਾਲਾ ਕਹਿੰਦਾ ਹੈ ਕਿ ਸਾਡੇ ਕੋਲ ਤਾਂ ਸੌਫਟਵੇਅਰ ਹੀ ਇਦਾਂ ਦਾ ਹੈ ਕਿ ਅਸੀਂ ਤਾਂ, ਐਸਾ ਕੋਈ ਸੌਫਟਵੇਅਰ ਹੁੰਦਾ ਹੀ ਨਹੀਂ ਸਰ। ਕੋਈ ਸੌਫਟਵੇਅਰ ਇਹੋ ਜਿਹਾ ਬੰਦਾ ਕਿ ਇਹ ਚੀਜ਼ ਡਾਲੋਗੇ ਤਦ ਹੀ ਨਿਕਲੂਗਾ, ਹੋ ਹੀ ਨਹੀਂ ਸਕਦਾ। ਇਹ ਤਾਂ ਕਹਿਣ ਦੇ ਬਾਨੇ ਤੁਸੀਂ ਚੈਲੰਜ ਕਿੱਦਾਂ ਕਰ ਸਕਦੇ ਹੋ ਉਹਨੂੰ? चैलेंज ही कोर्ट से चैलेंज होया ना। इथे भी तो मोबाइल नंबर इसी बहाने तो लिता गया सी कि भाई साडा बिल नहीं निकलेगा। कितना जुर्माना लग गया? ਇਹਨਾਂ ਨੂੰ ਲੱਗਿਆ 20000 ਦਾ, ਤੇ ਅੱਗੇ ਤੋਂ ਸਟਾਪ ਹੋ ਗਿਆ ਕਿ ਅੱਗੇ ਤੋਂ ਲੈਣਾ ਹੀ ਨਹੀਂ ਡਾਟਾ। ਤੇ ਨਾਲ ਅਸੀਂ ਕਿਸੇ ਵੱਡੇ ਬ੍ਰਾਂਡ ਦੇ ਵਿੱਚ ਜਾਂਦੇ ਆ, ਸ਼ਾਪਿੰਗ ਕਰਦੇ ਆ, ਘਰ ਦਾ ਸਮਾਨ ਲੈਂਦੇ ਆ, ਤੇ ਨਾਲ ਜਦੋਂ ਸਾਰੀਆਂ ਚੀਜ਼ਾਂ, ਸਭ ਚੀਜ਼ ਦੇ ਬਿੱਲ ਹੋ ਜਾਂਦੇ ਆ, ਨਾਲ ਤੁਹਾਨੂੰ ਕਿਹਾ ਜਾਂਦਾ ਕਿ ਸਰ ਇੰਨਾ ਸਮਾਨ ਲੈ ਕੇ ਵੀ ਜਾਣਾ ਹੈ, ਕੈਰੀ ਬੈਗ ਲੈ ਲਓ, 18 ਰੁਪਏ ਦਾ, 20 ਰੁਪਏ ਦਾ, 30 ਰੁਪਏ ਤੱਕ ਕੈਰੀ ਬੈਗ ਵੇਚੇ ਜਾਂਦੇ ਆ। ਕੀ ਇਹ ਵਾਜਬ ਨੇ? ਸਰ ਇਹ ਰਿਟੇਲਰਸ ਨਾ ਬੜੇ ਮੁਨਾਫੇ ਕਰਨ ਨੂੰ ਫਿਰਦੇ ਨੇ ਗਲਤ ਤਰੀਕੇ ਨਾਲ, ਇਹ ਵੀ ਉਸੇ ਦਾ ਪਾਰਟ ਹੈਗਾ। ਹੁਣ ਕੈਰੀ ਬੈਗ ਕੀ ਹੈ, ਮੈਂ 5 ਸਮਾਨ ਲਿੱਤਾ, ਮੈਂ ਹੱਥ 'ਚ ਕੈਰੀ ਕਰਕੇ ਲੈ ਜਾਵਾਂਗਾ, ਕਿੱਦਾਂ ਲੈ ਜਾਵਾਂਗਾ? ਸੇਲ ਆਫ ਗੁੱਡਸ ਐਕਟ ਹੈਗੀ ਬਕਾਇਦਾ, ਉਹਦੇ ਵਿੱਚ ਸੈਕਸ਼ਨ 36 ਹੈਗਾ, ਜਿਹਦੇ ਵਿੱਚ ਇਹ ਸਾਫ਼ ਲਿਖਿਆ ਹੋਇਆ ਕਿ ਜਿਹੜਾ ਵੇਚ ਰਿਹਾ ਬੰਦਾ वो गुड्स ਨੂੰ ਡਿਲੀਵਰੇਬਲ ਸਟੇਟ ਚ ਦੇਗਾ, ਮਤਲਬ ਲੈ ਜਾਣ ਦੇ ਹਾਲਤ ਚ ਦੇਊਗਾ। ਹੁਣ 5 ਚੀਜ਼ਾਂ ਲੂਜ਼ ਵਾਲੀ ਤਾਂ ਮੈਂ ਲੈ ਜਾਣ ਦੇ ਹਾਲਤ ਚ ਨਹੀਂ ਹੈ, इसीलिए बैग ਚ डाल के देंगे। तो ये कानून कहता है, लेकिन वो भाई कस्टमर अनजान हैगा, वो अपने तरीके चलाते ने, ले भी लेंदे लोकी, लेकिन हैगा गलत ते अलाउड नहीं है ਲੀਗਲੀ, ਕਿਉਂਕਿ ਇਹਦੇ ਵੀ ਬਹੁਤ ਸਾਰੇ ਕੇਸ ਹੋਏ ਹੋਏ ਨੇ, ਲਾਈਫਸਟਾਈਲ ਦੇ ਅਗੇਂਸਟ, ਸ਼ੌਪ ਔਰ ਸਟਾਪ ਦੇ ਅਗੇਂਸਟ, ਵੈਬਸਾਈਟ ਦੇ ਅਗੇਂਸਟ, ਸਭ ਵਿੱਚ ਕੋਰਟ ਨੇ ਕਿਹਾ ਕਿ ਨਹੀਂ ਲੈ ਸਕਦੇ ਤੁਸੀਂ। ਪਰ ਹੁਣ ਵੀ ਕਈ ਜਗ੍ਹਾ ਚੱਲ ਰਹੇ ਤਾਂ ਕੋਈ ਜੇ ਮੈਂ ਦੱਸਿਆ ਤੁਹਾਨੂੰ, ਕੰਜ਼ਿਊਮਰ ਕੋਰਟ ਦਾ ਆਰਡਰ ਸਿਰਫ 2 ਪਾਰਟੀ ਦੇ ਵਿੱਚ ਲਾਗੂ ਹੁੰਦਾ ਹੈ। ਹੁਣ ਵੈਬਸਾਈਟ ਨਹੀਂ ਲੈਂਦੀ, ਲਾਈਫਸਟਾਈਲ ਨਹੀਂ ਲੈਂਦੀ, ਸ਼ੌਪਰ ਸ਼ੌਪ ਨਹੀਂ ਲੈਂਦਾ। ਪਰ ਇੱਕ ਹੋਰ ਚਲਾਕੀ ਹੋ ਰਹੀ ਹੈ, ਚਲੋ ਇਹ ਲੈਣਾ ਬੰਦ ਕਰਤਾ ਇਹਨਾਂ ਨੇ। ਪਹਿਲਾਂ ਤਾਂ ਬਿੱਲ 'ਚ ਲਿਖ ਦਿੰਦੇ ਸੀ ਪੇਪਰ ਕੈਰੀ ਬੈਗ, ਹੁਣ ਕੀ ਚਲਾਕੀ ਕਰ ਰਹੇ ਨੇ, ਹੁਣ ਲਿਖਦੇ ਆ ਪੇਪਰ ਫੁੱਲ ਸਟਾਪ। ਇੰਨਾ
10 ਬਾਈ 26 ਇੰਚ ਕੀ ਮਤਲਬ ਦਿਖਾਣ ਲਈ ਕਿ ਵੀ ਕੈਰੀ ਬੈਗ ਤਾਂ ਦਿੱਤਾ ਹੀ ਨਹੀਂ ਅਸੀਂ ਇਹ ਤਾਂ ਪੇਪਰ ਅਸੀਂ ਤਾਂ ਦਿੱਤਾ ਪੇਪਰ ਵੇਚਿਆ ਲੇਕਿਨ ਜਦ ਕੈਰੀ ਬੈਗ ਹੱਥ 'ਚ ਹੈਗਾ ਤੁਹਾਨੂੰ ਦਿੱਤਾ ਹੈ ਤਾਂ ਤੁਸੀਂ ਕੋਰਟ 'ਚ ਦਿਖਾਓ ਨਾ ਜੀ ਇਹ ਪੇਪਰ ਔਰ ਕਿਸੇ ਗਾਰਮੈਂਟ ਦੀ ਦੁਕਾਨ ਪੇਪਰ ਵੇਚੇਗੀ ਸਰ ਹੂੰ ਹਰੇਕ ਸ਼ਾਪ ਕਿਸੇ ਪਰਪਸ ਲਈ ਹੁੰਦੀ ਹੈ ਲਾਇਸੈਂਸ ਹੁੰਦਾ ਉਹਨਾਂ ਦਾ ਉਸ ਲਾਇਸੈਂਸ 'ਚ ਲਿਖਿਆ ਹੁੰਦਾ ਹੈ ਗਵਰਨਮੈਂਟ ਦਾ ਇਸ਼ੂ ਹੁੰਦਾ ਹੈ ਕਿ ਕੀ ਚੀਜ਼ ਵੇਚਣ ਦੀ ਸ਼ਾਪ ਹੈ ਇਹ ਗਾਰਮੈਂਟ ਦੀ ਹੈ ਇਹ ਕਾਫੀ ਦੀ ਹੈ ਪੇਪਰ ਵੇਚਣ ਦੀ ਸ਼ਾਪ ਤਾਂ ਸਟੇਸ਼ਨਰੀ ਸ਼ਾਪ ਹੈ तो ਤੁਸੀਂ पेपर क्यों बेच रहे हो भाई एक ये गल है प्लस क्यों करते हैं ये समझो बाकी देखो 50% का डिस्काउंट दे देते हैं पैंट 1100 दी है वो 500 च दे दूंगे वो लेकिन 15 रुपए इन्होंने पिंच करते हैं 15 रुपए फ्री नहीं देंगे ਬੰਦਾ ਹਜ਼ਾਰਾਂ ਦਾ ਸਮਾਨ ਲੈ ਕੇ ਜਾ ਰਿਹਾ ਤਾਂ 15 ਰੁਪਏ ਦਾ ਕੈਰੀ ਬੈਗ ਦੇ ਪੈਂਦਾ ਔਰ ਤੁਸੀਂ ਅੱਜ ਦਾ ਛੱਡੋ 5 ਸਾਲ ਪਹਿਲੇ ਦੀ ਸੋਚੋ ਨਹੀਂ ਹੁੰਦੇ ਸੀ ਨਾ ਚਾਰਜ ਨਹੀਂ तो ਅੱਜ ਕਿਉਂ ਕੁਝ ਨਵਾਂ ਜ਼ਮਾਨਾ ਆ ਗਿਆ ਉਹ ਪੈਸੇ ਮਤਲਬ ਕਮਾਉਣ ਦੇ ਤਰੀਕੇ ਨਾ ਲੋਕੀ ਇਜਾਦ ਕਰਦੀ ਜਾਂਦੇ ਨੇ ਰਿਟੇਲਰ ਬਹੁਤ ਸ਼ਾਰਪ ਨੇ ਇਹਨਾਂ ਦੀ ਐਸੋਸੀਏਸ਼ਨ ਬਣੀ ਹੋਈ ਹੈ ਉਹਦੇ ਵਿੱਚ ਇਹੀ ਬੰਦਾ ਹੈ ਕਿ भाई कितना कस्टमर ਨੂੰ लुटिए और ये इलीगल मनी है आप समझो दूसरा जो गारमेंट का बिल बना उस पर तो जीएसटी लग गई वो सरकार को आंसरेबल हो गए देने भी हैं पेपर पे है ही नहीं टैक्स ਨਾ ਉਹਦੇ ਉੱਤੇ ਬਿੱਲ ਦੇ ਉੱਤੇ ਲਿਖਿਆ ਜਾਊਗਾ ਕਿ ਪੇਪਰ ਬੈਗ ਹੈ हाँ पेपर बैग ਦੇ ਵੀ टैक्स नहीं है ना सर क्योंकि ये एनवायरमेंट कॉन्शियस कह के पेपर ਦਾ ਬਣਾ ਰਹੇ ਪਲਾਸਟਿਕ ਦੀ ਜਗ੍ਹਾ ਉਸ ਤੇ ਟੈਕਸ ਮਾਫ ਹੈਗਾ तो वो 13 रुपए प्योर प्रॉफिट हैगा ਉਹਨਾਂ ਦਾ ਅੱਛਾ तो इसलिए ਹੁਣ दिन ਚ 200 ਕਸਟਮਰ तो ਜਾਊਗਾ ਹੀ ਇੱਕ ਸ਼ਾਪ ਤੇ 200 × 13 ਲਗਾ ਲਓ ਔਰ ਮਹੀਨੇ ਦਾ ਲਗਾ ਲਓ ਕਿੰਨਾ ਹੋ ਗਿਆ ਕਿੰਨਾ ਇਲੀਗਲ ਪ੍ਰੋਫਿਟ ਕਮਾ ਰਹੇ ਨੇ ਪਰ ਜਦੋਂ ਤੁਹਾਡੇ ਤੋਂ ਪੈਸੇ ਮੰਗੇ ਜਾਂਦੇ ਆ ਅਸੀਂ ਹੋਰ ਵੀ ਜਗ੍ਹਾ ਜਾਂਦੇ ਕਰ ਸਕਦੇ ਹੋ ਕਿ ਨਹੀਂ ਦੇਣਾ ਤੁਸੀਂ ਕੈਰੀ ਔਰ ਕੈਰੀ ਬੈਗ ਦੇਣਾ ਹੈ ਕੋਰਟ ਦੇ ਆਰਡਰ ਦਾ ਹਵਾਲਾ ਦਿਓ ਨਾ ਕੋਸ਼ਿਸ਼ ਤਾਂ ਕਰੋ ਬੋਲਣ ਦੀ ਫੇਰ ਵੀ ਨਹੀਂ ਮੰਨਦੇ ਤਾਂ ਅਗਲੇ ਦਿਨ ਆ ਕੇ ਕੇਸ ਕਰ ਦਿਓ ਲੋਕਾਂ ਨੂੰ ਕੋਈ ਸੁਨੇਹਾ ਲਾਣਾ ਚਾਹੋਗੇ ਬਿਲਕੁਲ ਬਿਲਕੁਲ ਮੈਂ ਕਿਹਾ ਲੋਕਾਂ ਨੂੰ ਡਰਨਾ ਨਹੀਂ ਚਾਹੀਦਾ ਕਿ 50 ਰੁਪਏ ਲਈ 13 ਰੁਪਏ ਲਈ ਕਿੱਥੇ ਮੈਂ ਖੇਜਲ ਕਰਾਂ ਲੋਕੀ ਕਦੀ ਸ਼ਰਮ ਮਹਿਸੂਸ ਕਰਦੇ ਕਿ ਅਸੀਂ 13 ਰੁਪਏ ਲਈ ਬੋਲਾਂਗੇ ਨਹੀਂ ਸ਼ਰਮ ਤਾਂ ਦੁਕਾਨਦਾਰ ਨੂੰ ਆਣੀ ਚਾਹੀਦੀ ਤੁਹਾਨੂੰ ਕਿਉਂ ਆ ਰਹੀ ਭਾਈ ਔਰ ਕੰਜ਼ਿਊਮਰ ਕੋਰਟ ਬਹੁਤ ਸੌਖਾ ਪ੍ਰੋਸੀਜਰ ਹੈ ਤੁਹਾਨੂੰ ਡਰਨ ਦੀ ਲੋੜ ਹੀ ਨਹੀਂ ਬਿੱਲ ਆਇਆ ਤੁਹਾਡੇ ਕੋਲ ਉਹਦੇ 'ਚ ਲਿਖਿਆ ਹੋਇਆ ਹੈ ਤੁਸੀਂ ਅਗਲੇ ਦਿਨ ਇੱਕ ਕਾਗਜ਼ ਤੇ ਸਾਦੇ ਕਾਗਜ਼ ਤੇ ਲਿਖ ਕੇ ਕਹਾਣੀ ਦੇਣੀ ਹੈ ਕਿ ਦਿਸ ਵਰਸਸ ਦਿਸ ਮੈਂ ਇਸ ਦਿਨ ਸ਼ਾਪਿੰਗ ਕਰਨ ਗਿਆ ਸੀ ਇਹ ਬਿੱਲ ਹੈ ਜੀ ਇਹਨਾਂ ਨੇ ਕੈਰੀ ਬੈਗ ਦੇ ਪੈਸੇ ਲਿੱਤੇ ਹੈ ਜੋ ਕਿ ਗਲਤ ਹੈਗਾ ਕਿਉਂਕਿ ਆਲਰੇਡੀ ਆਰਡਰ ਹੈ ਉਹ ਦੂਜੀ ਪਾਰਟੀ ਨੂੰ ਨੋਟਿਸ ਜਾਣਾ ਤੁਹਾਨੂੰ ਇੱਕ ਵਾਰੀ ਜਾਣਾ ਹੈ ਕੋਰਟ ਅਗਲੀ ਵਾਰ ਤੁਸੀਂ ਨਾ ਜਾਓ ਚਾਹੇ ਤੁਹਾਡੇ ਘਰ ਫੈਸਲਾ ਆ ਜਾਏਗਾ ਕਿਤੇ ਵੀ ਧੱਕਾ ਹੁੰਦਾ ਹੈ ਲੱਗਦਾ ਕਿ ਨਜਾਇਜ਼ ਪੈਸੇ ਲਿੱਤੇ ਜਾ ਰਹੇ ਆ ਤੇ ਇੱਕ ਸਾਦੇ ਪੇਪਰ ਤੇ ਲਿਖ ਕੇ ਦੇਣਾ ਆਪਣੀ ਕਹਾਣੀ ਬਸ ਨਾਲ ਪ੍ਰੂਫ ਦੇਣਾ ਬਸ ਬਿੱਲ ਲਗਾਣਾ ਪ੍ਰੂਫ ਕੀ ਹੈ ਤੁਸੀਂ ਵੀ ਕਦੇ ਕੀਤਾ ਇਹ ਮੈਂ 10 ਵਾਰੀ ਕਰ ਚੁੱਕਾ 10 ਦੁਕਾਨਾਂ 'ਚ ਕਰ ਚੁੱਕਾ ਸ਼ਾਪਰ ਸ਼ਾਪ ਲਾਈਫਸਟਾਈਲ ਵੈਸਟ ਸਾਈਡ ਕਿੰਨਾ ਜੁਰਮਾਨਾ ਲੱਗਿਆ ਇੱਕ ਕੇਸ ਮੈਂ ਦੱਸਦਾ ਇਹਨਾਂ ਤੇ ਤਾਂ 10-15 ਹਜ਼ਾਰ ਲੱਗਦੇ ਰਹੇ ਫਿਰ ਪੀਜ਼ਾ ਹਟ ਡੋਮਿਨੋਜ਼ ਇਹਨਾਂ ਤੋਂ ਅਗਰ ਟੇਕ ਅਵੇ ਲੋਗੇ ਤੁਸੀਂ 5 ਆਈਟਮਾਂ ਇਹ ਵੀ ਕੈਰੀ ਬੈਗ ਮੈਂ ਹੁਣ ਗਰਮ ਪੀਜ਼ਾ ਮੈਂ ਸਕੂਟਰ ਤੇ ਆਇਆ 1 ਮਿੰਟ ਲਈ ਗੱਡੀ ਨਹੀਂ ਹੂੰ ਪੀਜ਼ਾ 4 ਬਾਕਸ ਨੇ ਮੈਂ ਗਰਮ ਹੱਥ 'ਚ ਚੱਕ ਕੇ ਲੈ ਜਾਵਾਂਗਾ ਸਕੂਟਰ ਤੇ ਕਿੱਦਾਂ ਲੈ ਜਾਵਾਂਗਾ ਨਹੀਂ ਲੈ ਜਾ ਸਕਦਾ तो ਲਾਜ਼ਮੀ ਬੰਦੇ ਨੂੰ ਕੈਰੀ ਬੈਗ ਲੈਣਾ ਪੈਂਦਾ ਉਹ ਵੀ 14 ਰੁਪਏ ਲੈਂਦੇ ਸੀ ਠੀਕ ਹੈ ਇੱਕ ਕੇਸ ਹੋਇਆ ਉਹਨਾਂ ਦੇ ਖਿਲਾਫ 2 ਕੇਸ ਹੋਏ ਤੀਜਾ ਕੇਸ ਹੋਇਆ ਫਿਰ ਹੁੰਦੇ ਰਹੇ ਤਾਂ ਇੱਕ ਕੇਸ 'ਚ 5 ਲੱਖ ਰੁਪਏ ਪੈਨਲਟੀ ਲੱਗੀ ਉਹਨਾਂ ਨੂੰ ਇੱਕ ਕੈਰੀ ਬੈਗ ਦੇ ਲਈ ਇੱਕ ਕੈਰੀ ਬੈਗ ਲਈ 5 ਲੱਖ ਰੁਪਏ ਪੈਨਲਟੀ ਸਬਕ ਸਿਖਾਉਣ ਲਈ ਕਿ ਕੋਰਟ ਦੇਖਦੀ ਇਹਨਾਂ ਨੂੰ ਫਰਕ ਹੀ ਨਹੀਂ ਪੈਂਦਾ 10-15 ਹਜ਼ਾਰ ਨਾਲ ਤਾਂ ਇਹਨਾਂ ਦੇ ਰੋਜ਼ ਦੀ ਕਮਾਈ 1.5 ਲੱਖ ਹੈਗੀ ਤਾਂ 10,000 ਨਾਲ ਕੀ ਫਟਕਾ ਪੈਣਾ ਔਰ 100 ਚ ਇੱਕ ਕਸਟਮਰ ਆਂਦਾ ਕੋਰਟ 99 ਦਾ ਤਾਂ ਫਿਰ ਵੀ ਪ੍ਰੋਫਿਟ ਹੈ ਤਾਂ ਕੋਰਟ ਨੇ ਜਾਣ ਕਰਕੇ ਲਗਾਏ 5 ਲੱਖ ਕੀ ਸਾਲਾਂ ਨੂੰ ਪਿੰਚ ਹੋਏ ਪਤਾ ਤਾਂ ਲੱਗਿਆ ਇਹਨਾਂ ਨੂੰ ਉਹਨੂੰ ਕਹਿੰਦੇ ਆ ਪਿਊਨਿਟਿਵ ਡੈਮੇजेस ਡੈਟਰੈਂਟ ਡੈਮੇजेस ਕਿ ਤੁਹਾਨੂੰ ਡਰਾਣਾ ਹੈ ਕਿ ਇਹ ਨਹੀਂ ਲੈਣੇ ਹੁਣ ਅੱਗੇ ਤੋਂ ਨਹੀਂ ਤਾਂ ਹਰੇਕ ਕੇਸ 5-5 ਲੱਖ ਲੱਗेंगे ਦਿਓ 13 ਰੁਪਏ ਦੇ ਪਿੱਛੇ ਤੁਸੀਂ ਦਿਓ 5 ਲੱਖ ਆਓ तो ਤੁਹਾਡੇ ਕੋਲ ਐਗਜ਼ਾਮਪਲ ਨੇ ਮੈਂ ਉਹੀ ਕੰਜ਼ਿਊਮਰ ਨੂੰ ਕਹਿਣਾ ਚਾਹੁੰਦਾ ਐਗਜ਼ਾਮਪਲ ਸੈੱਟ ਨੇ ਤੁਸੀਂ ਆਓ 1 ਮਿੰਟ ਲੱਗਣਾ ਆਰਡਰ ਦਾ ਜਾਂ ਤਾਂ ਇਹ ਹੁੰਦਾ ਨਾ ਕਿ ਭਾਈ ਪਤਾ ਨਹੀਂ ਕੀ ਹੋਏਗਾ ਤੁਹਾਨੂੰ ਪਤਾ ਹੈ ਕੀ ਹੋਣਾ ਕਿਉਂਕਿ ਐਗਜ਼ਾਮਪਲ ਸੈੱਟ ਹੈਗਾ ਮੋਬਾਈਲ ਨੰਬਰ ਦਾ ਕੈਰੀ ਬੈਗ ਦਾ ਨਹੀਂ ਉਹਦੇ ਨਾਲ ਮੈਨੂੰ ਇੱਕ ਜਾਣਕਾਰੀ ਹੋਰ ਦਿਓ ਜਿਹੜੇ ਪੈਸੇ ਤੁਹਾਡੇ ਲੱਗੇ ਆ ਔਰ ਜਿਹੜਾ ਜੁਰਮਾਨ ਕੰਜ਼ਿਊਮਰ ਕੋਰਟ ਨੇ ਲਾਇਆ ਉਹ ਪੈਸਾ ਕੰਜ਼ਿਊਮਰ ਕੋਰਟ ਆਪਣੇ ਕੋਲ ਰੱਖਦੀ ਹੈ ਜਾਂ ਜਿਹੜਾ ਕਸਟਮਰ ਹੁੰਦਾ ਜਿਹਨੇ ਪੈਸਾ ਲਾਇਆ ਉਹਦੇ ਕੋਲ ਵੀ ਕੁਝ ਨਾ ਕੁਝ ਬਿਲਕੁਲ ਸ਼ੇਅਰ ਕੰਜ਼ਿਊਮਰ ਕੋਰਟ ਨਾ 3 ਹੈਡ ਚ ਆਰਡਰ ਹੁੰਦਾ ਹੈ ਇੱਕ ਤਾਂ 13 ਰੁਪਏ ਰਿਫੰਡ ਦਾ ਆਰਡਰ ਹੋਏਗਾ ਕਿਉਂਕਿ ਗਲਤ ਹੈਗੇ ਉਹ ਮੇਨ ਰਿਲੀਫ ਹੋ ਗਿਆ ਦੂਜਾ ਆਰਡਰ ਹੋਏਗਾ ਕੰਪਨਸੇਸ਼ਨ ਦਾ ਕਿ ਭਾਈ ਜਿਹੜੀ ਫਿਜ਼ੀਕਲ ਤੇ ਮੈਂਟਲ ਹੈਰੈਸਮੈਂਟ ਹੋਈ ਮੈਨੂੰ ਉਹਦਾ ਮਿਲਦਾ ਹੈ ਹੁਣ 13 ਰੁਪਏ ਪਿੱਛੇ 2-2.5 ਮਿਲੇਗਾ ਠੀਕ ਹੈ ਤੀਜਾ ਹੁੰਦਾ ਹੈ ਲੀਗਲ ਕਾਸਟ ਜਿਹੜਾ ਤੁਸੀਂ ਸੋਚਦੇ ਹੋ ਨਾ ਕਿ ਮੈਂ ਕੀ ਖਰਚਾ ਕਰਾਂ 50 ਰੁਪਏ ਦੇ ਪਿੱਛੇ ਮੇਰੇ 1.5-2 ਹਜ਼ਾਰ ਲੱਗ ਜਾਣੇ ਉਹ ਵੀ ਤੁਹਾਨੂੰ ਮਿਲੇਗਾ ਅੱਛਾ
2-2.5 ਹਜ਼ਾਰ ਉਹ ਮਿਲਦਾ ਹੈ ਤਾਂ 5,000 ਤਾਂ ਹੋ ਹੀ ਗਏ। ਪਲੱਸ ਜਿਹੜੀ ਪਿਊਨਿਟਿਵ ਡੈਮੇजेस ਲਗਾਉਂਦੇ ਆ ਨਾ ਉਹ ਕੰਜ਼ਿਊਮਰ ਵੈਲਫੇਅਰ ਫੰਡ 'ਚ ਜਾਂਦਾ ਹੈ, ਜਾਂ ਜਿਹੜਾ 5 ਲੱਖ ਲਗਾਇਆ ਸੀ ਉਹ ਪਿਓਰ ਪੇਸ਼ੈਂਟ ਵੈਲਫੇਅਰ ਫੰਡ 'ਚ ਗਿਆ। ਮੰਨ ਲਓ ਕਿ 5 ਲੱਖ ਰੁਪਏ ਇੱਕ ਕੈਰੀ ਬੈਗ ਦਾ ਉਹਨਾਂ ਨੂੰ ਜੁਰਮਾਨਾ ਲੱਗਿਆ, ਤਾਂ ਕਸਟਮਰ ਕੋਲ ਕਿੰਨਾ ਕੁ ਪੈਸਾ ਆ ਜਾਂਦਾ ਉਹਦਾ ਮੋਟਾ? ਦੇਖੋ 5 ਸੇ 10 ਹਜ਼ਾਰ ਆਉਂਦਾ ਹੈ, ਅਲੱਗ-ਅਲੱਗ ਕੇਸ ਤੇ ਡਿਪੈਂਡ ਕਰਦਾ ਹੈ। ਅੱਛਾ, ਕਿਉਂਕਿ ਰੂਲ ਆਫ ਲਾਅ ਹੈ ਕਿ ਭਈ ਤੁਹਾਨੂੰ ਨੁਕਸਾਨ ਤਾਂ 13 ਰੁਪਏ ਦਾ ਹੀ ਹੋਆ ਨਾ, ਤਾਂ ਇਹ ਲੋਕੀ ਇਹਨੂੰ ਪ੍ਰੋਫਿਟ ਦਾ ਜ਼ਰੀਆ ਨਾ ਬਣਾ ਲਈ, ਅਸੀਂ ਵੀ ਗਲਤ ਨਾ ਕਰੀਏ ਨਾ, ਇਸ ਲਈ ਨੋਮੀਨਲ ਅਮਾਉਂਟ ਮਿਲਦੀ ਹੈ ਤੁਹਾਨੂੰ, ਕਿਉਂਕਿ ਤੁਸੀਂ ਖੇਚਲ ਕੀਤੀ ਕੋਰਟ ਆਂਦੀ, ਕਈ ਜਣੇ ਆਂਦੇ ਹੀ ਨਹੀਂ, ਤਾਂ ਇਸ ਲਈ ਤੁਹਾਨੂੰ ਐਪਰੀਸ਼ੀਏਸ਼ਨ ਚ 5-6 ਹਜ਼ਾਰ 10 ਹਜ਼ਾਰ ਤੱਕ ਮਿਲ ਜਾਂਦੇ। ਤੇ ਮੇਰਾ ਤੀਸਰਾ ਸਵਾਲ ਇਹ ਹੈ ਤੁਹਾਡੇ ਤੋਂ, ਅੱਜ ਕੱਲ ਅਸੀਂ ਸੋਚਦੇ ਹਾਂ ਅਸੀਂ ਮਾਰਕੀਟ, ਅੱਜ ਕੱਲ ਸਮਾਂ ਕਿਸੇ ਕੋਲ ਨਹੀਂ ਹੈਗਾ, ਸਾਰੇ ਕੰਮਾਂ ਕਾਰ 'ਚ ਰੁੱਝੇ ਹੋਏ ਨੇ, ਉਹ ਸੋਚਦੇ ਆ ਕਿ ਆਪਾਂ ਮਾਰਕੀਟ ਜਾਵਾਂਗੇ ਇਸ ਤੋਂ ਵਧੀਆ ਆਪਾਂ ਆਨਲਾਈਨ ਆਰਡਰ ਕਰ ਲਈਏ, ਆਪਾਂ ਆਨਲਾਈਨ ਸ਼ਾਪਿੰਗ ਕਰ ਲਈਏ, ਆਪਾਂ ਕੱਪੜਾ ਦੇਖਦੇ ਰਿਵਿਊ ਦੇਖਦੇ ਆ, ਆਨਲਾਈਨ ਸ਼ਾਪਿੰਗ ਕਰ ਦਿੰਨੇ ਆ, ਕੋਈ ਫੋਨ ਹੈ, ਕੱਪੜਾ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਲੈਕਟ੍ਰੋਨਿਕ ਆਈਟਮ ਹੈ, ਅਸੀਂ ਸੋਚਦੇ ਹਾਂ ਆਨਲਾਈਨ ਕਰ ਦਿੰਨੇ ਆ, ਨਾਲੇ ਡਿਸਕਾਊਂਟ ਵੀ ਮਿਲ ਜੂ ਕਿਤੇ ਨਾ ਕਿਤੇ, ਡਿਲੀਵਰ ਹੋ ਜਾਏਗਾ ਤੁਹਾਨੂੰ, ਨਾਲੇ ਘਰ ਪੈਟਰੋਲ ਨਾ ਖਰਚਾ ਕੁਝ ਨਹੀਂ, ਹਾਂਜੀ ਨਾਲੇ ਘਰ ਆ ਜੂ। ਪਰ ਜਦੋਂ ਉਹ ਘਰ ਆਂਦਾ ਤਾਂ ਫਿਰ ਚਾਰਜ ਕੀਤੇ ਜਾਂਦੇ ਨੇ, ਹਾਲਾਂਕਿ ਆਨਲਾਈਨ ਵੀ ਉਸ ਸਮੇਂ ਕੱਟੇ ਜਾਂਦੇ ਆ, ਉਸ ਤੋਂ ਬਾਅਦ ਘਰ ਆ ਕੇ ਕਦੀ-ਕਦਾਰ ਪੈਸੇ ਵੀ ਮੰਗ ਲਿੱਤੇ ਜਾਂਦੇ ਨੇ। ਇਹ ਵਾਜਬ, ਇਹ ਵੀ ਵਾਜਬ ਨੇ ਪੈਸੇ ਮੰਗਣਾ? ऑनलाइन शॉपिंग से तो दुकानदारों तो और ज़्यादा आगे बढ़े हुए ने, क्योंकि आजकल ऑनलाइन का जमाना हो गया, दुकानदार तो ज़्यादा ऑनलाइन बिकन लग गई चीज़ा, लेकिन अब ऑनलाइन च की प्रैक्टिस होती है, तुसी ऑनलाइन कर रहे हो, देख रहे हो, उत्थे तो एक टोटल प्राइस आ जाती है, तो तुसी कर देंगे ऑर्डर, ठीक है, तुसी आगे देखते ही नहीं। ਹੁਣ ਕੀ ਹੋਇਆ, ਇੱਕ ਕੇਸ ਦਾ ਮੈਂ ਐਗਜ਼ਾਮਪਲ ਦਿੰਦਾ, ਹੁਣ ਵੱਡੀ ਕੰਪਨੀ ਫਲਿੱਪਕਾਰਟ ਵਰਗੀ, ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਇੱਕ OnePlus ਦਾ ਫੋਨ ਵੇਚਿਆ, OnePlus ਦਾ ਫੋਨ ਆ ਗਿਆ ਜੀ, ਚਲੋ ਆ ਗਿਆ, ਉਹਦੇ ਵਿੱਚ 2 ਇਨਵੌਇਸ ਆ ਗਈਆਂ, ਇੱਕ ਮੇਨ ਇਨਵੌਇਸ ਜਿਹਦੇ ਵਿੱਚ ਬਿੱਲ ਮੋਬਾਈਲ ਦਾ ਖਰਚਾ ਹੈ, ਪਲੱਸ ਉਹਦੇ ਵਿੱਚ ਲੱਗਿਆ ਹੋਇਆ ਹੈਂਡਲਿੰਗ ਫੀ ਐਕਸਟਰਾ 99 ਰੁਪੀਸ ਦਾ, ਤਾਂ ਹੋ ਗਿਆ ਖਤਮ, ਹੋਰ ਕੀ ਚਾਹੀਦਾ। ਲੇਕਿਨ ਇੱਕ ਉਹਦੇ ਇਲਾਵਾ ਉਸੇ ਪ੍ਰੋਡਕਟ ਦਾ ਇੱਕ ਹੋਰ ਇਨਵੌਇਸ, ਹੈਂਡਲਿੰਗ ਫੀ ਫੇਰ ਤੋਂ 49 ਰੁਪੀਸ। ਤੁਹਾਡੇ ਨਾਲ ਹੋਇਆ ਇਹ? ਬਿਲਕੁਲ ਬਿਲਕੁਲ, ਮੇਰੇ ਨਾਲ ਨਹੀਂ, ਇੱਕ ਕਲਾਇੰਟ ਨਾਲ ਹੋਇਆ ਜਿਹਦਾ ਕੇਸ ਮੈਂ ਕੀਤਾ। ਪਹਿਲੇ ਕਿੰਨੇ ਪੈਸੇ ਕੱਟੇ ਗਏ, ਫਿਰ ਉਸ ਤੋਂ ਬਾਅਦ ਫਿਰ ਕਿੰਨੀ ਫੀਸ ਕੱਟੀ ਗਈ? 99 ਰੁਪੀਸ ਹੈਂਡਲਿੰਗ ਫੀ ਪਹਿਲਾਂ ਹੀ ਲੈ ਲਏ, ਅੱਛਾ, ਮੇਨ ਇਨਵੌਇਸ ਚ। ਅੱਛਾ, ਉਹਦੇ ਬਾਅਦ ਅਲੱਗ ਤੋਂ ਇਨਵੌਇਸ 49 ਰੁਪੀਸ ਦੀ, ਸੇਮ ਹੈਂਡਲਿੰਗ ਫੀ। ਅਰੇ ਦੋ ਵਾਰੀ ਡਬਲ ਚਾਰਜ ਹੋ ਗਿਆ। ਇੱਕ ਵਾਰ ਵੈਸੇ ਤਾਂ ਹੈਂਡਲਿੰਗ ਫੀ ਲੈਣੀ ਐਦਾਂ ਹੀ ਗਲਤ ਨੇ, ਮੈਂ ਉਹ ਵੀ ਦੱਸਾਂਗਾ, ਮਤਲਬ 99 वो भी गलत है, लेकिन इस केस च वो हवाला नहीं होया, उस केस च होया कि सेकंड ਇਨਵੌਇਸ ਗਲਤ ਹੈਗੀ 49 ਰੁਪਏ ਦੀ, ਤਾਂ ਕੋਰਟ ਨੇ ਇਹਦਾ ਬੜਾ ਸਖਤ ਰਵੱਈਆ ਅਪਣਾਇਆ। ਇਹਦੇ ਵਿੱਚ ਇੱਕ ਹੋਰ ਚੀਜ਼ ਸੀਗੀ, ਮੋਬਾਈਲ ਵੀ ਪੁਰਾਣਾ ਭੇਜਤਾ ਸੀ ਉਹਨਾਂ ਨੇ, ਪਹਿਲਾਂ ਵਿਕਿਆ ਹੋਇਆ ਮੋਬਾਈਲ ਜਿਹੜਾ ਵਾਪਸ ਕੀਤਾ ਕਸਟਮਰ ਨੇ ਡਿਫੈਕਟ ਕਾਰਨ, ਉਹ ਇਹਨਾਂ ਨੂੰ ਚੇਪਤਾ। ਉਹ ਕਿੱਦਾਂ ਪ੍ਰੂਵ ਹੋਏਗਾ? ਹੁਣ ਬੰਦਾ ਸੋਚਦਾ ਵੀ ਕਿੱਦਾਂ ਦੱਸਾਂਗਾ ਅਸੀਂ ਪੁਰਾਣਾ ਹੈਗਾ, ਕੋਈ ਜਦ ਖੋਲਿਆ ਤਾਂ ਡਿਫੈਕਟ ਸੀਗਾ ਉਹਦੇ ਵਿੱਚ, ਤਾਂ ਬੰਦਾ ਗਿਆ ਸਰਵਿਸ ਸੈਂਟਰ। ਹੁਣ ਅੱਜ ਕੱਲ ਸਾਰਾ ਕੁਝ ਡਿਜੀਟਾਈਜ਼ਡ ਹੈ, ਉਹਨਾਂ ਦੇ ਕੋਲ ਰਿਕਾਰਡ ਹੋ ਜਾਂਦੇ ਕਦ ਕੀ ਖੁੱਲਿਆ ਕੁਝ, ਤਾਂ ਉਹਨਾਂ ਨੇ ਕਿਹਾ ਜੀ ਇਹ ਉਹਨਾਂ ਨੇ ਖਰੀਦਿਆ ਸੀ ਜੁਲਾਈ 'ਚ, तो उत्थे जाके पता लग गया जी ये फोन तो 2 मार्च ਨੂੰ ਖੁੱਲਿਆ ਹੋਇਆ, ਆਲਰੇਡੀ ਖੁੱਲਿਆ ਹੋਇਆ ਦਾ ਮਤਲਬ ਕਿਸੇ ਨੂੰ ਵੇਚਿਆ, ਮਤਲਬ ਮਾਰਚ ਅਪ੍ਰੈਲ ਮਈ 3-4 ਮਹੀਨੇ ਤੋਂ ਪਹਿਲੇ ਕਿਸੇ ਨੂੰ ਵੇਚਿਆ, ਤੁਹਾਨੂੰ ਵੇਚਿਆ, ਜਿੱਦਾਂ ਡਿਫੈਕਟ ਸੀਗਾ ਤੁਸੀਂ ਵਾਪਸ ਕਰਤਾ, ਠੀਕ ਹੈ। ਹੁਣ ਫਲਿੱਪਕਾਰਟ ਨੇ ਤਾਂ ਪੈਸੇ ਕਮਾਣੇ ਆ, ਉਹਨਾਂ ਨੇ ਲਾਸ ਥੋੜੀ ਖਾਣਾ 40,000 ਰੁਪਏ ਦਾ, ਤੇ ਦੂਜੇ ਨੂੰ ਚਾਹੇ ਪਤਾ, ਮੈਨੂੰ ਮੈਂ ਬੇਵਕੂਫ, ਮੈਨੂੰ ਕੀ ਪਤਾ, तो वो मैंने चेपता और प्रूव हो गया वो ऑन रिकॉर्ड, ਜਿਹੜੇ ਮੋਬਾਈਲ ਕੰਪਨੀ ਹੈ वो खुद कह रही है जी ये तो 2 मार्च का बिका हुआ है। अच्छा, तो ये भी गलती सी ਉਹਦੇ ਵਿੱਚ, तो ਇਹ ਕੇਸ ਡਾਲਿਆ ਸੀ ਰਿਫੰਡ ਲਈ ਕਿ ਬਈ ਗਲਤ ਵੀ ਹੋਇਆ ਇਸ ਦਾ, ਪਲੱਸ ਇਹ 49 ਰੁਪਏ ਇਹ ਹੁਣ ਕਸਟਮਰ ਨੇ ਨਹੀਂ ਦੱਸਿਆ, ਅਲੱਗ-ਅਲੱਗ ਪਾਇਆ, ਉਹ ਰਿਫੰਡ ਦਾ ਅਲੱਗ ਪਾਇਆ, ਸੇਮ ਹੀ, ਕਿਉਂਕਿ ਟ੍ਰਾਂਜੈਕਸ਼ਨ ਤਾਂ ਇੱਕੋ ਹੀ ਹੈ ਨਾ। ਅੱਛਾ, ਟ੍ਰਾਂਜੈਕਸ਼ਨ ਪਲੱਸ ਜਿਹੜਾ 49 ਦੀ ਗੱਲ ਦੱਸ ਰਿਹਾ ਇਹ ਕਲਾਇੰਟ ਨੇ ਨਹੀਂ ਮੈਨੂੰ ਦੱਸਿਆ, ਉਹਨੇ ਤਾਂ ਕਹਾ ਜੀ ਡਿਫੈਕਟਿਵ ਹੈ ਇਹਦਾ ਰਿਫੰਡ ਦਿਲਾ ਦਿਓ, ਤੇ ਉਹਨੇ ਕਾਗਜ਼ ਪਕੜਾਤੇ। ਹੁਣ ਮੈਂ ਕਾਗਜ਼ ਦੇਖਾ, ਮੈਂ ਕਿਹਾ ਇਹ 2 ਇਨਵੌਇਸ ਵੀ ਲਾਜ਼ਮੀ ਹੈ, 2 ਇੱਕ ਪ੍ਰੋਡਕਟ ਦੀ ਇੱਕੋ ਹੀ ਇਨਵੌਇਸ ਹੋਏਗੀ ਨਾ, 2 ਥੋੜੀ ਹੋਏਗੀ। ਫਿਰ ਮੈਂ ਕਿਹਾ 40, ਮੈंने ਉਹ ਵੀ ਚੈਲੰਜ ਕਰਤਾ, ਪਰ ਲੀਗਲ ਨੌਲੇਜ ਦੇਖੋ ਸਭ ਨੂੰ ਨਹੀਂ ਹੁੰਦੀ। तो कोर्ट ने चलो डिफेक्टिव का इन्ना वो नहीं लिता, हो जाती डिफेक्टिव चीज़ा, लेकिन 49 रुपीज़ एक्स्ट्रा चार्ज करने का ज़्यादा सख्त रवैया अपनाया, ਉਹਦੇ ਕਾਰਨ ਕੋਰਟ ਨੇ 10,000 ਰੁਪਏ ਤੋਂ ਕੰਪਨਸੇਸ਼ਨ ਲਗਾਈ ਜਿਹੜੀ ਬੰਦੇ ਨੂੰ ਜਾਊਗੀ, 10,000 ਰੁਪਏ ਲੀਗਲ ਕਾਸਟ ਲਗਾਈ ਜਿਹੜੀ ਬੰਦੇ ਨੂੰ ਜਾਊਗੀ, ਅੱਛਾ, ਤੇ 10,000 ਰੁਪਏ ਐਕਸਟਰਾ ਔਰ ਲਗਾਏ ਪਿਊਨਿਟਿਵ ਡੈਮੇजेस ਜਿਹੜੇ ਕੰਜ਼ਿਊਮਰ ਵੈਲਫੇਅਰ ਫੰਡ ਤੇ ਜਾਣਗੇ। ਹੁਣ 49 ਰੁਪੀਜ਼ ਚਾਰਜ ਕਰਨ ਨੂੰ ਗਲਤ ਨੂੰ 30,000 ਰੁਪਏ ਦੀ ਫਟਕਾ ਪੈ ਗਿਆ, तो गलत हैगा। हुण मैं जरा दस रहा सी कि चलो ये तो सेकंड इनवॉइस होगी, लेकिन हैंडलिंग फी लेना भी गलत है। क्यों? ਤੁਸੀਂ ਸਿੰਪਲ ਲੌਜੀਕ ਹੈਗੀ ਹਰ ਇੱਕ ਚੀਜ਼ ਲੌਜੀਕ, ਤੁਸੀਂ ਦੁਕਾਨ 'ਚ ਜਾਂਦੇ ਹੋ, ਤੁਸੀਂ ਮੋਬਾਈਲ ਖਰੀਦਿਆ, तो मोबाइल जो रेट हैगा वही मिलेगा, उस पे एक्स्ट्रा कुछ लेंदा दुकानदार नहीं, MRP तो ज़्यादा ले ही नहीं सकता।
तो ਇਹ ਕੀ ਕਰ ਰਹੇ ਨੇ? ਇਹ ਵੀ ਤਾਂ ਦੁਕਾਨ ਹੀ ਹੈ ਆਨਲਾਈਨ। ਇਹ ਵੀ ਐਮਆਰਪੀ ਤੋਂ ਜ਼ਿਆਦਾ ਕਿੱਦਾਂ ਲੈ ਸਕਦੇ ਨੇ? ਹੁਣ ਐਮਆਰਪੀ ਤੋਂ ਜ਼ਿਆਦਾ ਕਿਸ ਬਹਾਨੇ ਤੋਂ ਲੈ ਰਹੇ ਹੈਂਡਲਿੰਗ ਫੀ ਕਰਕੇ। ਅਰੇ ਦੁਕਾਨਦਾਰ ਦਾ ਰੈਂਟ ਲੱਖਾਂ ਦਾ ਲੱਗਦਾ ਹੈ, ਉਹ ਵੀ ਕਹਿੰਦਾ ਕਿ ਜੇ ਰੈਂਟ 99 ਰੁਪੀਸ ਉਹ ਲੈਂਦੇ ਨੇ, ਅਲਾਉਡ ਹੀ ਨਹੀਂ ਹੈ। ਇਹ ਗਲਤ ਤਰੀਕੇ ਨਾਲ ਪਿੱਛੇ ਦਰਵਾਜ਼ੇ ਨਾਲ ਹੈਂਡਲਿੰਗ ਫੀ ਮੈਂਸ਼ਨ ਕਰ ਰਹੇ ਨੇ। ਜੀਐਸਟੀ ਬਾਰੇ ਕੀ ਕਹਿਣਾ ਚਾਹੋਗੇ? ਕਈ ਤੁਹਾਨੂੰ ਪੱਕਾ ਬਿੱਲ ਨਹੀਂ ਦਿੰਦੇ, ਉਹ ਕਹਿੰਦੇ ਕਿ ਤੁਹਾਡੇ ਫੋਨ 'ਚ ਬਿੱਲ ਆ ਜਾਊਗਾ, ਤੁਹਾਨੂੰ ਬਹੁਤ ਬਿੱਲ ਭੇਜ ਰਹੇ। ਤਰੀਕਾ ਕੱਢਿਆ ਨਾ ਦੁਕਾਨਦਾਰ ਨੇ, ਕਿਉਂਕਿ ਮੇਰਾ ਕੇਸ ਹੋ ਗਿਆ ਕਿ ਮੋਬਾਈਲ ਨੰਬਰ ਨਹੀਂ ਲੈ ਸਕਦੇ। तो ਹੁਣ ਫਿਜ਼ੀਕਲ ਬਿੱਲ ਦੋਗੇ ਤਾਂ ਉਹਦੇ ਵਿੱਚ ਦਿਖੂਗਾ ਜੀ ਮੋਬਾਈਲ ਨੰਬਰ ਲਿੱਤਾ ਹੈ। तो ਹੁਣ ਇਸ ਪ੍ਰੋਬਲਮ ਨੂੰ ਕਿੱਦਾਂ ਅਵੇਡ ਕਰੇ ਦੁਕਾਨਦਾਰ? ਹੁਣ ਨया ਤਰੀਕਾ ਕੀ ਬਣ ਗਿਆ ਹੈ, ਤੁਸੀਂ ਜਾਓ ਖਰੀਦੋ, ਪੈਸੇ ਲਿੱਤੇ ਉਹਨੇ, ਪ੍ਰੋਡਕਟ ਪਕੜਾਤਾ ਬਸ। ਮੈਂ ਕਿਹਾ ਜੀ ਬਿੱਲ, ਉਹ ਕਹਿੰਦਾ ਤੁਹਾਡੇ WhatsApp ਤੇ ਆ ਜਾਏਗਾ। ਇਹ WhatsApp ਅੱਛਾ ਚੀਜ਼ ਹੋ ਗਿਆ, WhatsApp ਤੇ ਆ ਜਾਏ। ਕਿਉਂ ਬਈ WhatsApp ਤੇ ਕਿਉਂ ਆ ਜਾਏਗਾ? ਮੈਨੂੰ ਫਿਜ਼ੀਕਲ ਦੇ ਦੇ, ਮੈਂ ਖੜਿਆ, ਤੇਰਾ ਬਿਲਿੰਗ ਪ੍ਰਿੰਟਿੰਗ ਹੈਗੀ ਸਾਰੀ ਦੇ ਦੇ। ਉਹ ਨਹੀਂ ਜੀ, ਸਾਡਾ ਸਿਸਟਮ ਹੀ ਹੈ। ਫਿਰ ਜੀਐਸਟੀ ਵੀ ਇਸ ਤਰ੍ਹਾਂ ਦੇ ਬਚਾ ਸਕਦੇ ਆ, ਚੋਰੀ ਹੋ ਸਕਦੀ ਹੈ ਜੀਐਸਟੀ, ਕਿਉਂਕਿ WhatsApp ਤੇ ਕੀ ਆਣਾ ਹੈ, ਡਿਜੀਟਲ ਬਿੱਲ ਆਣਾ ਹੈ, ਉਹ ਪ੍ਰਿੰਟ ਹੋਇਆ ਨਹੀਂ। ਪ੍ਰਿੰਟ ਜਿਹੜਾ ਹੁੰਦਾ ਉਹਦਾ ਰਿਕਾਰਡ ਲੈਂਦਾ, ਤੁਸੀਂ ਮਿਟਾ ਨਹੀਂ ਸਕਦੇ। ਹੁਣ ਜਿਹੜਾ ਡਿਜੀਟਲ ਹੈ, ਮੈਨੂੰ ਭੇਜਤਾ WhatsApp ਤੇ, ਉਹ ਬਾਅਦ ਚ ਉਹ ਡਿਲੀਟ ਕਰ ਦੂਗੇ। ਅੱਛਾ, ਜੀਐਸਟੀ ਬਚ ਗਈ ਉਹਨਾਂ ਦੀ। ਡਿਲੀਟ ਹੋ ਜਾਂਦਾ ਉਦਾਂ ਡਿਜੀਟਲ ਸੀ ਸਰ, ਕੁਝ ਵੀ ਡਿਲੀਟ ਕਰ ਦੋ ਤੁਸੀਂ, ਫਿਜ਼ੀਕਲ ਬਣਿਆ ਹੀ ਨਹੀਂ ਨਾ। ਹੁਣ ਇਹ ਅਗਰ ਹਵਾ ਚ ਹੈ ਤਾਂ ਗਾਇਬ ਕਰ ਸਕਦੇ ਹੋ। ਮਤਲਬ ਅਗਰ ਤੁਹਾਡੇ ਫੋਨ 'ਚ ਹੈ, ਕੱਲ ਨੂੰ ਤੁਸੀਂ ਕਲੇਮ ਕਰਨਾ, ਉਹਨਾਂ ਕੋਲ ਰਿਕਾਰਡ ਨਹੀਂ ਹੈਗਾ ਤਾਂ ਫਿਰ ਨਹੀਂ, ਕਲੇਮ ਤਾਂ ਚਲੋ ਮੈਂ ਕਰ ਲਾਂਗਾ, ਮੇਰੇ ਕੋਲ ਬਿੱਲ ਹੈ, ਲੇਕਿਨ ਸਰਕਾਰ ਨੂੰ ਥੋੜੀ ਪਤਾ ਹੈ ਕਿ ਬਿੱਲ ਇਸ਼ੂ ਹੈ। ਜੀਐਸਟੀ ਤੋਂ ਸਰਕਾਰ ਨੂੰ ਦੇਣੀ ਹੈ, ਇਹ ਐਂਡ ਆਫ ਈਅਰ ਉਹ ਦਿਖਾਊਗੇ ਹੀ ਨਹੀਂ ਬਿੱਲ। ਇੰਨੇ ਸਾਰੇ 10 ਚ 5 ਗਾਇਬ ਕਰਤੇ, ਉਹ ਇੱਕ ਮੁਨਾਫਾ ਹੋ ਗਿਆ। ਮਤਲਬ ਜਿਹੜਾ ਟੈਕਸ ਪੇ ਕਰਨਾ ਜਿਹੜਾ ਜੀ। ਇਹਦੇ ਵਿੱਚ ਹੋਰ ਕੀ ਗਲਤੀ ਹੁੰਦੀ ਹੈ? ਦੇਖੋ ਜੀ, WhatsApp ਤੇ ਚਲੋ ਭੇਜ ਦਿਆ, ਕੋਈ ਗੱਲ ਨਹੀਂ, 1 ਮਿੰਟ ਲਈ ਆਪਾਂ ਸਹੀ ਮੰਨ ਲੈਂਦੇ ਨੇ। ਮੈਂ ਇੱਕ ਜਗ੍ਹਾ ਲੈ ਗਿਆ, ਉਹਨਾਂ ਨੇ WhatsApp ਤੇ ਭੇਜਦਾ, ਮੈਂ ਕੁਝ ਨਹੀਂ ਕਿਹਾ, ਚਲੋ ਬਈ ਭੇਜਦਾ, ਕਹਿੰਦੇ ਆ ਜਾਏਗਾ ਜੀ ਤੁਹਾਡੇ ਕੋਲ। ਮੈਂ ਕਿਹਾ ਹੁਣੇ ਕਰਦੇ, ਫਿਰ ਸਾਹਮਣੇ ਹੀ ਕਰਦੇ। ਨਹੀਂ ਜੀ ਆ ਜਾਏਗਾ। ਮੈਂ ਕਿਹਾ ਚੱਲ ਕੋਈ ਨਹੀਂ, ਆ ਜਾਏਗਾ। ਉਹ 1 ਦਿਨ ਵੇਟ ਕੀਤਾ, 2 ਦਿਨ ਵੇਟ ਕੀਤਾ, ਆਇਆ ਹੀ नहीं। मैं फिर गया दुकान पे, उन देखो फालतू चक्कर लग गया ना। मैं कहा जी बिल आया नहीं, कहता हमने तो भेज दिया था। मैं कहा कहाँ भेज दिया था? वो रजिस्टर चेक करके कहता इस नंबर पे। मैं कहा ये तो मेरा नंबर ही नहीं है। अच्छा, गलत नोट हो गया ना। तो मैं कहा जी चलो गलत नोट हो गया, हुन भेज दो, अब तो दे नहीं सकते जी, वो तो बिल चला गया उस नंबर पे। मैं कहा बिल मेरा सी, तुसी भेजता किसी और को, तो वो भी गलत है ਕਿ ਦੂਜੇ ਨੂੰ ਮੇਰਾ ਬਿੱਲ ਭੇਜਤਾ ਤੇ ਹੁਣ ਮੈਂ ਮੰਗ ਰਿਹਾ, ਮੈਨੂੰ ਦੇ ਵੀ ਨਹੀਂ ਸਕਦੇ। ਕਿਉਂ ਨਹੀਂ ਦੇ ਸਕਦੇ? ਕਿਉਂਕਿ ਗਾਇਬ ਹੋ ਗਿਆ ਵੇਚਣ ਦੇ ਬਾਅਦ। ਮਤਲਬ ਰਿਕਾਰਡ ਸਾਫ ਹੋ ਗਿਆ। ਸਿੱਧਾ ਸਮਝੋ ਨਾ, ਕਿਉਂ ਮਨਾ ਕਰ ਰਹੇ ਮੈਨੂੰ? ਅਗਰ ਹੈਗਾ ਉਹਨਾਂ ਦੇ ਰਿਕਾਰਡ ਤਾਂ ਡੁਪਲੀਕੇਟ ਬਿੱਲ ਇਸ਼ੂ ਕਰਦੇ ਭਾਈ। 2 दिन बाद गया मैं, बिल गलत नंबर से भेजता उन्होंने। तो की सिस्टम है भेजने के बाद डिलीट? जदी तो नहीं है उन्होंने कोल मैनू देन लई, नहीं तो क्यों नहीं है देन? अगर रिकॉर्ड च हैगा, रखते ने वो साल तक, तो उन्होंने रिकॉर्ड च ना शरेआम धोखाधड़ी हो रही है। वो लोगों ਨੂੰ ਬੇਵਕੂਫ ਸਮਝਦੇ ਨੇ। ਹੁਣ ਚਲੋ ਲੋਕ ਬਿੱਲ ਦੇ ਖਿਲਾਫ ਵੀ ਕੀਤਾ ਫਿਰ ਤੁਸੀਂ ਕੁਝ? ਉਹ ਤਾਂ ਹੁਣ ਕੇਸ ਪੈਂਡਿੰਗ ਹੈਗਾ ਉਹਦਾ ਤਾਂ। ਅੱਛਾ, ਕੇਸ ਪੈਂਡਿੰਗ। ਇਹ ਸਿਸਟਮ WhatsApp ਤੇ ਭੇਜਣ ਵਾਲਾ ਗਲਤ ਹੈਗਾ। ਇਹ ਸਰਕਾਰ ਨਾਲ ਵੀ ਚੋਰੀ ਹੈ, ਸਾਡੇ ਨਾਲ ਵੀ। ਮੇਰਾ ਰਾਈਟ ਹੈ ਫਿਜ਼ੀਕਲ ਬਿੱਲ ਲੈਣ ਦਾ। ਕੱਲ ਨੂੰ ਗਾਰੰਟੀ ਗਰੰਟੀ ਕੁਝ ਵੀ ਨਹੀਂ ਰਹਿਣੀ। ਤਾਂ ਸਾਰੀ ਗਲਤ ਟ੍ਰੇਡ ਪ੍ਰੈਕਟਿਸ ਹੈ, ਲੇਕਿਨ ਆਪਾਂ ਨੂੰ ਚਿੱਖਣਾ ਪੈਣਾ। ਲੋਕੀ ਤਾਂ ਲੁੱਟਣ ਨੂੰ ਫਿਰਦੇ ਨੇ। ਆਖਰੀ ਸਵਾਲ ਹੈ ਮੇਰਾ ਪੰਕਜ ਜੀ ਤੁਹਾਡੇ ਨਾਲ, ਲੋਕਾਂ ਨੂੰ ਕੋਈ ਟਿਪਸ ਦੇਣਾ ਚਾਹੋਗੇ ਇਨ ਸ਼ੋਰਟ ਦੇ ਵਿੱਚ, ਜਿਹੜੀ ਲੋਕਾਂ ਤੱਕ ਪਹੁੰਚੇ, ਲੋਕੀ ਅਵੇਅਰ ਹੋ ਜਾਣ? ਦੇਖੋ ਅਵੇਅਰ ਹੋਣ ਦਾ ਤੇ ਅਵੇਅਰਨੈਸ ਤਾਂ ਤੁਹਾਨੂੰ 3 ਪੁਆਇੰਟ ਤੇ ਅੱਜ ਮਿਲ ਗਈ, ਲੇਕਿਨ ਫਿਰ ਵੀ ਤੁਸੀਂ ਕਹਿਣਾ ਟਾਈਮ ਨਹੀਂ ਹੈ ਸਾਡੇ ਕੋਲੇ ਕਰਨ ਨੂੰ, ਕਿਉਂਕਿ ਤੁਹਾਡੇ ਨਾਲ ਵੀ ਸੇਮ ਚੀਜ਼ ਹੋਣੀ ਹੈ। ਉਹ ਇਹ ਕਰਦੇ ਵੀ ਇਸੇ ਲਈ ਹੈ ਕਿਉਂਕਿ ਇਹਨਾਂ ਨੂੰ ਪਤਾ ਹੈ ਕੌਣ ਕੋਡ ਜਾਊਗਾ। ਤੁਸੀਂ ਕੋਡ ਜਾਣ ਦੀ ਆਦਤ ਪਾ ਲਓ, क्योंकि तुसी लुटे जाने हो हमेशा ही, चाहे ऑनलाइन, चाहे मोबाइल नंबर, चाहे कुछ भी। जब तक कम से कम 100 में से 10 लोग नहीं कोड आएंगे, इनको नहीं फर्क पड़ना। 100 में से 1 से इनको फर्क ही नहीं पड़ता। तो इसलिए, और मैंने बता दिया है कि कंज्यूमर कोड बनी आपके लिए है, नहीं तो नॉर्मल सिविल कोड में जाना दिक्कत है, मैं मानता हूँ, लेकिन कंज्यूमर कोड बनी है। मैं यहाँ 98 के लिए भी केस किया है, आपको बताऊँ। 98 के लिए केस किया? जब पुराने बात है ये, 10-20 साल, जब कांच की बोतल में कोल्ड ड्रिंक आती थी, ठीक है जी, वो लेने गए हम दुकान पे, बोतल दे दी उसने, उस पे प्रिंट होता था 9.5 रुपए उस टाइम, ठीक है जी। वो कहता जी 10 रुपए। मैं कहा जी 9.5 प्रिंट है। वो कहता जी खुले नहीं, वो नहीं, ये नहीं। मैं कहा चल दे दे 10 रुपए, बिल दे दे। तो बिल लेके मैं केस करता अगले दिन, बोतल से 9 रुपए, MRP तो ज्यादा है, ठीक है जी, करता केस। बंदा आ गया, ਹੁਣ ਵੀ ਨਹੀਂ ਮੰਨਦਾ। ਹੁਣ ਵੀ ਨਹੀਂ ਮੰਨਦਾ। ਮੰਨ ਲੈ ਸਿੱਧੀ ਗੱਲ, 98 ਜ਼ਿਆਦਾ ਲਿੱਤੀ ਹੈ ਨਾ ਜੀ। ਕੀ ਕਹਿੰਦੇ ਉਹਦੇ ਨਾਲ ਦੁਕਾਨ ਦੇ ਨਾਲ ਬੈਠਣ ਦੀ ਜਗ੍ਹਾ ਵੀ ਸੀ ਬਾਈ ਚਾਂਸ,
ਆ ਕੇ ਕਹਿੰਦਾ ਜੀ ਇਹ ਇਕੱਲੇ ਨਹੀਂ ਆਏ ਸੀ, ਇਹ 4 ਜਣੇ ਆਏ ਸੀ ਤੇ ਉੱਥੇ ਬਹਿ ਕੇ ਕੋਲਡ ਡਰਿੰਕ ਪੀਤੀ ਹੈ ਤਾਂ ਮੈਂ 4 ਗਲਾਸ 'ਚ ਡਾਲ ਕੇ ਦਿੱਤੀ ਹੈ। ਅੱਛਾ। ਹੁਣ ਕੀ ਕਰਾਂ ਮੈਂ? ਹਾਂ। ਉਹ ਬਿੱਲ 'ਚ ਫੜਿਆ ਗਿਆ। ਬਿੱਲ 'ਚ ਕੀ ਲਿਖਿਆ ਸੀ? ਬਿੱਲ 'ਚ ਲਿਖਿਆ ਸੀ 1 ਬੋਟਲ। अगर मैं 4 ग्लास से लिखता तो 4 ग्लास लिखता ना, तो कोर्ट ने कहा ये तो गलत है। फिर एक और डिफेंस दूजा कहना जी मैं ठंडी करके दी, ठंडी करके दी तो अठन्नी तो बंद ही। मैं कहा अच्छा जी, ਹੁਣ ਇਹਦਾ ਕੀ ਤੋੜ ਹੈ? ਹੁਣ ਅੱਜ ਕੱਲ ਤਾਂ ਨਹੀਂ ਹੁੰਦਾ, ਉਸ ਟਾਈਮ ਲਿਖਿਆ ਹੁੰਦਾ ਸੀ ਬੋਟਲ ਤੇ ਨੀਚੇ ਬਾਟਮ ਤੇ ਸਰਵ ਚਿਲਡ। ਹਾਂ, ਮਤਲਬ ਉਹ ਦੇਣੀ ਹੀ ਚਿਲਡ ਹੈ, ਦੇਣੀ ਹੀ ਚਿਲਡ ਹੈ, ਕੰਪਨੀ ਕਹਿ ਰਹੀ ਹੈ 9.5 ਚ ਤੁਹਾਡਾ ਕਮਿਸ਼ਨ ਹੈਗਾ। ਹਾਂ, ਉਸੇ ਲਈ ਆਇਆ ਤੁਸੀਂ ਫ੍ਰਿਜ ਰੱਖੋਗੇ ਦਿਓਗੇ। तो कोर्ट ने 98 ਲਈ 500 रुपए ਦਾ ਜੁਰਮਾਨਾ ਲਾਇਆ। ਹੁਣ ਕਿੰਨਾ ਹੋ ਗਿਆ? 5000 ਟਾਈਮ ਜੁਰਮਾਨਾ ਹੋ ਗਿਆ। 500 ਛੋਟੀ ਲੱਗਦੀ ਸੁਣਨ ਚ, ਲੇਕਿਨ ਕੇਸ ਵੀ ਤਾਂ 98 ਦਾ ਸੀਗਾ। 500 ਗੁਣਾ ਜੁਰਮਾਨਾ ਹੋਇਆ। तो यही करना ਪੈਂਦਾ। ਬਿਲਕੁਲ ਅਵੇਅਰ ਹੋਣਾ ਪਊਗਾ। ਅਗਰ ਤੁਹਾਡੇ ਨਾਲ ਵੀ, ਮੈਂ ਤਾਂ ਕਹਿ ਰਿਹਾ ਪੈਰ ਪੈਰ ਤੇ ਤੁਹਾਡੇ ਨਾਲ ਧੋਖੇਧੜੀ ਹੁੰਦੀ ਹੈ ਤੇ ਤੁਹਾਨੂੰ ਹੁਣ ਅਵੇਅਰ ਹੋਣਾ ਪਊਗਾ। ਆਨਲਾਈਨ ਸ਼ਾਪਿੰਗ ਕਰਦੇ ਹੋ, ਕਿਤੇ ਕਾਫੀ ਪੀਣ ਜਾਂਦੇ ਹੋ ਜਾਂ ਫਿਰ ਕਿਤੇ ਆਪਣਾ ਕੈਰੀ ਬੈਗ ਲਈ ਤੁਹਾਨੂੰ ਕਿਹਾ ਜਾਂਦਾ ਤਾਂ ਤੁਹਾਨੂੰ ਅਵੇਅਰ ਹੋਣਾ ਪਊਗਾ। ਜਿਹੜੇ ਤੁਸੀਂ ਪੈਸੇ ਦਿੰਨੇ ਹੋ ਜਾਂ ਫਿਰ ਜਿਹੜੀ ਕਾਫੀ ਸ਼ਾਪ ਤੇ ਤੁਸੀਂ ਨੰਬਰ ਦਿੰਨੇ ਹੋ, ਇਹ ਤੁਸੀਂ ਉਹਨੂੰ ਮਨਾ ਵੀ ਕਰ ਸਕਦੇ ਹੋ ਕਿ ਸਾਡੇ ਕੋਲ ਨੰਬਰ ਨਹੀਂ ਹੈਗਾ। ਅਗਰ ਉਹ ਅੱਗਿਓਂ ਕਹਿੰਦਾ ਹੈ ਕਿ ਬਿਨਾਂ ਨੰਬਰ ਤੋਂ ਬਿੱਲ ਨਹੀਂ ਮਿਲਦਾ ਤਾਂ ਤੁਸੀਂ ਉਹਦੇ ਤੇ ਕਲੇਮ ਵੀ ਕਰ ਸਕਦੇ ਹੋ। ਤੇ ਸਾਰੀ ਗੱਲਬਾਤ ਕੀਤੀ ਹੈ, ਐਡਵੋਕੇਟ ਸਾਡੇ ਨਾਲ ਸੀਗੇ। ਸਾਰੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਬੜੀ ਜਲਦੀ ਜਸਵੰਤ ਦੇ ਨਾਲ ਮੈਂ ਜੈ ਵਰਮਾ, ਮਾਈ ਪੰਜਾਬੀ ਟੀਵੀ ਦੇ ਨਾਲ।